So friends, welcome again on my channel learn something new। ਸੋ ਜੇਕਰ ਤੁਹਾਨੂੰ ਹਲਕੀ ਜਿਹੀ ਵੀ 1% ਵੀ ਇਕਨੋਮਿਕਸ ਸਮਝ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਣੇ ਫਰੈਂਡਸ ਲੋਕੀ ਨਾਲ ਸ਼ੇਅਰ ਕਰੋ। ਸੋ ਦੇਖ ਸਕਦੇ ਹੋ ਆਪਣੀ ਇਕਨੋਮਿਕਸ ਦੀ ਬੁੱਕ +2 PSEB ਪੰਜਾਬ ਸਕੂਲ ਐਜੂਕੇਸ਼ਨ ਬੋਰਡ ਯੂਨੀਮੈਕਸ ਪਬਲੀਕੇਸ਼ਨਸ ਦੀ ਬੁੱਕ ਹੈ। VS ਸ਼ੇਰਗਿੱਲ ਇਹਦੇ ਸੰਸਥਾਪਕ ਨੇ। ਜਿਵੇਂ ਕਿ ਆਪਾਂ ਪਹਿਲਾਂ ਪੜ੍ਹਿਆ ਸੀਗਾ, ਦੇਖੋ ਆਪਾਂ ਪਾਰਟ B ਅਤੇ C ਪੜ੍ਹਾਂਗੇ। ਇਹਦੇ ਵਿੱਚ ਜਿਵੇਂ ਕਿ ਆ ਤੁਸੀਂ ਦੇਖ ਹੀ ਰਹੇ ਹੋਵੋਗੇ, ਆਹ ਵਾਲਾ ਪਾਰਟ ਜਿਹੜਾ ਸੁਤੰਤਰਤਾ ਪ੍ਰਾਪਤੀ ਸਮੇਂ ਭਾਰਤੀ ਅਰਥ ਵਿਵਸਥਾ, ਇਹ ਵਾਲੇ ਆਪਾਂ ਛੋਟੇ ਕੁਐਸਚਨ ਕਰ ਚੁੱਕੇ ਸੀ ਅਤੇ ਵੀਡੀਓ ਬਹੁਤ ਲੰਬੀ ਹੋ ਰਹੀ ਸੀ ਅਤੇ ਇਸ ਕਰਕੇ ਹੁਣ ਆਪਾਂ ਥੋੜ੍ਹਾ ਜਿਹਾ ਇਹਨੂੰ ਵੱਡੇ ਕੁਐਸਚਨ ਵੱਲ ਧਿਆਨ ਦੇਵਾਂਗੇ। ਇਹਨੂੰ ਜ਼ਿਆਦਾ ਕੁਛ ਨਹੀਂ, ਤੁਸੀਂ ਬਸ ਆਪਣਾ ਵੱਡੇ ਲੈਸਨ ਵਾਲਾ ਦੇਖੋ, ਕੁਐਸਚਨ ਸਰ 'ਤੇ ਆ ਜਾਓਗੇ ਤਾਂ ਸਿੰਪਲੀ ਆ ਦੇਖ ਸਕਦੇ ਹੋ 346 ਨੰਬਰ 'ਤੇ ਭਾਰਤੀ ਆਰਥਿਕ ਵਿਕਾਸ ਸੁਤੰਤਰਤਾ ਪ੍ਰਾਪਤੀ ਸਮੇਂ ਭਾਰਤੀ ਅਰਥ ਵਿਵਸਥਾ, ਇਹਦੇ ਛੋਟੇ ਕੁਐਸਚਨ ਆਪਾਂ ਕਰ ਚੁੱਕੇ ਸੀ। ਜੇਕਰ ਤੁਹਾਨੂੰ ਨਹੀਂ ਪਿਛਲੀ ਵੀਡੀਓ ਦੇਖੀ ਤਾਂ ਡਿਸਕ੍ਰਿਪਸ਼ਨ ਵਿੱਚ ਜਾ ਕੇ ਦੇਖ ਸਕਦੇ ਹੋ, ਉੱਥੇ ਮੈਂ ਇਹਦਾ ਲਿੰਕ ਪਾ ਦੂੰਗਾ। ਸੋ ਅੱਜ ਆਪਾਂ ਪਹਿਲਾਂ ਪੁਰਾਣਾ ਰਿਵਾਈਜ਼ ਕਰਦੇ ਹਾਂ ਜਿਹੜਾ ਆਪਣਾ ਸੀ। ਸੋ ਪਹਿਲਾ ਕੁਐਸਚਨ ਸੁਤੰਤਰਤਾ ਪ੍ਰਾਪਤੀ ਸਮੇਂ ਭਾਰਤ ਦੀਆਂ ਕੋਈ ਦੋ ਮੁੱਖ ਵਿਸ਼ੇ, ਜਿਵੇਂ ਕਿ ਦੱਸਿਆ ਸੀ ਕਿ ਵਿਕਸਿਤ ਅਰਥ ਵਿਵਸਥਾ, ਗਤੀਹੀਨ ਅਰਥ ਵਿਵਸਥਾ। ਨਹੀਂ, ਇੱਥੇ ਇੱਕ ਆਨਸਰ ਦੇਖ ਕੇ ਥੋੜ੍ਹਾ ਫੁੱਦੂ ਜਿਹਾ ਲੱਗੂਗਾ, ਆਪਾਂ ਇੱਥੇ ਉਹਦੀ ਕਰਦੇ ਹਾਂ ਸਿਰਫ ਕੁਐਸਚਨਸ ਦਿੱਤੇ। ਆ ਦੇਖੋ 1991 ਵਿੱਚ ਭਾਰਤ ਦੁਆਰਾ ਅਪਣਾਏ ਗਏ ਨਵੀਂ ਨੀਤੀ ਪ੍ਰਣਾਲੀ ਵਗੈਰਾ ਇਹ ਤਾਂ ਆਪਾਂ ਸਭ ਕੁਛ ਕਰ ਚੁੱਕੇ ਹਾਂ। ਸਿੰਪਲ ਹੁਣ ਆਪਾਂ ਜਿਹੜਾ ਮੇਨ ਟੌਪਿਕ ਸੀ ਉਹ ਆਵਾਂਗੇ ਫਾਲਤੂ ਦੀ ਬਕਵਾਸ ਕੀਤੇ ਬਿਨਾਂ। ਸੋ ਆ ਦੇਖੋ छोटे उत्तर वाले प्रश्न, 4 अंक वाले प्रश्न, शॉर्ट आंसर टाइप क्वेश्चन, टाइप 2 मार्क 4, पेज नंबर 365 यू कैन सी दैट। सो लेट्स स्टार्ट द वीडियो। सो पहला क्वेश्चन है, ਭਾਰਤ ਉੱਪਰ ਅੰਗਰੇਜ਼ਾਂ ਦੇ ਸ਼ਾਸਨ ਦੇ ਕੀ ਪ੍ਰਭਾਵ ਹੈ। ਇਹਦਾ ਮਤਲਬ ਉਹ ਕਹਿ ਰਿਹਾ ਹੈ ਕਿ ਮਤਲਬ ਜਿਹੜਾ ਆਥਰ ਹੈ ਉਹ ਸਾਡੇ ਤੋਂ ਪੁੱਛ ਰਿਹਾ, ਜਦੋਂ ਭਾਰਤ ਵਿੱਚ ਅੰਗਰੇਜ਼ ਆਏ ਸਨ ਅਤੇ ਜਦੋਂ ਭਾਰਤ ਵਿੱਚ ਅੰਗਰੇਜ਼ ਆਏ ਅਤੇ ਗਏ, ਇਸ ਦੌਰਾਨ ਭਾਰਤ 'ਤੇ ਕੀ ਮਤਲਬ ਚੇਂਜਿਸ ਆਏ, ਮਤਲਬ ਕਿ ਮਤਲਬ ਗੁੱਡ ਚੇਂਜਿਸ ਸੀਗੇ, ਕੁਛ ਬੇਕਾਰ ਚੇਂਜਿਸ ਸੀਗੇ, ਅਤੇ ਉਹਦੇ ਬਾਰੇ ਦੇਖ ਸਕਦੇ ਹੋ। ਅਤੇ ਇਹਦੇ ਵਿੱਚ ਆ ਜਾਊਗਾ ਸਿੰਪਲੀ, ਦੇਖੋ ਪਹਿਲੀ ਇਹਦੇ ਵਿੱਚ ਲਾਈਨ ਦਿੱਤੀ ਹੋਈ ਕਿ ਅੰਗਰੇਜ਼ਾਂ ਨੇ ਰਾਜ ਦੇ ਭਾਰਤ 'ਤੇ ਬਹੁਤ ਪੱਖੀ ਪ੍ਰਭਾਵ ਪਾਏ। ਇਹਦਾ ਮੀਨਸ ਇਹ ਕਹਿ ਰਿਹਾ ਕਿ ਆਥਰ ਕਹਿ ਰਿਹਾ ਕਿ ਬਹੁਤ ਪੱਖੀ ਪ੍ਰਭਾਵ, ਮਤਲਬ ਜਦੋਂ ਅੰਗਰੇਜ਼ ਭਾਰਤ ਵਿੱਚ ਆਏ ਸਨ ਤਾਂ ਉਹਨਾਂ ਨੇ ਭਾਰਤ 'ਤੇ ਬਹੁਤ ਤਰ੍ਹਾਂ ਦੇ ਪ੍ਰਭਾਵ ਪਾਏ ਅਤੇ ਅੰਗਰੇਜ਼ਾਂ ਦੇ ਰਾਜ ਸਦਕਾ ਭਾਰਤ ਰਾਜਨੀਤਿਕ ਏਕੀਕਰਨ ਹੋ ਗਿਆ। ਮਤਲਬ ਕਿ ਜਿਹੜਾ ਪਾਕਿਸਤਾਨ ਪਾਕਿਸਤਾਨ ਅਤੇ ਭਾਰਤ ਦੋ ਜੀਆਂ ਸੀਗੀਆਂ ਅਤੇ ਉਹ ਇੱਕ ਵਿੱਚ ਹੋ ਗਈਆਂ, ਮਤਲਬ ਇੱਕ ਰਾਜਨੀਤਿਕ ਪ੍ਰਣਾਲੀ, ਕਿਉਂਕਿ ਭਾਰਤ ਵਿੱਚ ਵੀ ਇੱਕ ਰਾਜਨੀਤਿਕ ਪ੍ਰਣਾਲੀ ਚੱਲਦੀ ਹੈ ਅਤੇ ਇਸ ਕਰਕੇ ਸਿੰਪਲੀ ਇਹਨੂੰ ਯਾਦ ਕਰ ਲਓ, ਇੱਕ ਪ੍ਰਧਾਨ ਮੰਤਰੀ, ਇੱਕ ਰਾਜਨੀਤਿਕ ਪ੍ਰਣਾਲੀ। ਸਿੰਪਲ ਇਹ ਡਨ ਹੋ ਗਿਆ। ਫਿਰ ਦੇਸ਼ ਵਿੱਚ ਇੱਕ ਨਵਾਂ ਪ੍ਰਸ਼ਾਸਕ ਢਾਂਚਾ ਚਾਲੂ ਹੋ ਗਿਆ, ਕਿਉਂਕਿ ਜੇ ਨਵੀਂ ਰਾਜਨੀਤਿਕ ਪ੍ਰਣਾਲੀ ਆਈ ਸੀ ਤਾਂ ਰਾਜਨੀਤਿਕ ਪ੍ਰਣਾਲੀ ਦੇ ਨਾਲ ਹੀ ਤਾਂ ਆਪਾਂ ਸ਼ਾਸਨ ਕਰਦੇ ਹਾਂ, ਅਤੇ ਇਸ ਕਰਕੇ ਰਾਜਨੀਤਿਕ ਪ੍ਰਣਾਲੀ ਦੇ ਸ਼ਾਸਨ ਕਰਨ ਨਾਲ ਹੀ ਇਹ ਸਭ ਕੰਪਲੀਟ ਹੋ ਗਿਆ। ਅਤੇ ਇਸ ਨੂੰ ਇਸ ਤਰ੍ਹਾਂ 'ਤੇ ਰੱਖ ਲਿਓ। ਅਤੇ ਸਿੰਪਲੀ ਇਹ ਤੁਹਾਨੂੰ ਮੈਂ ਸਿਰਫ ਟ੍ਰਿਕ ਦੱਸਦਾ, ਮਤਲਬ ਇਸ ਲਾਈਨ ਨੂੰ ਯਾਦ ਰੱਖਣ ਦੀ, ਬਾਕੀ ਤੁਹਾਨੂੰ ਬਣਾਉਣਾ ਆਪੇ ਪਊਗਾ। ਬਸ ਇਹ ਗਰੰਟੀ ਹੈ ਕਿ ਗਲਤ ਨਹੀਂ ਹੋਣ ਦਿੰਦਾ ਮੈਂ। ਅਤੇ ਫਿਰ ਆ ਜਾਊਗਾ ਨਵੀਂ ਅਮਨ ਅਤੇ ਸ਼ਾਂਤੀ ਕਾਨੂੰਨ ਦੇ ਲਾਅ ਦੀ ਸਥਾਪਨਾ ਹੋਈ, ਕਿ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਿਹੜਾ ਆਪਣਾ ਇੰਡੀਆ ਸੀ, ਉਹਨੇ ਇੰਗਲੈਂਡ ਦੇ ਜਦੋਂ ਆਪਣਾ ਭਾਰਤ ਆਜ਼ਾਦ ਹੋਏ ਸੀ, ਉਦੋਂ ਆਪਣੇ ਜਿਹੜੇ ਇੰਡੀਅਨ ਸੀਗੇ, ਮਤਲਬ ਉਹਨਾਂ ਨੇ ਜਦੋਂ ਉਹ ਬਣਾਉਣੇ ਸੀ, ਆਪਣਾ ਸੰਵਿਧਾਨ ਬਣਾਉਣਾ ਸੀ, ਤਾਂ ਉਹਨਾਂ ਨੇ ਮਤਲਬ ਜ਼ਿਆਦਾ ਤੋਂ ਜ਼ਿਆਦਾ ਲਾਈਨਸ ਉਹਦੇ ਵਿੱਚੋਂ ਲਈਆਂ ਸੀ, ਮਤਲਬ ਕਿ ਇੰਗਲੈਂਡ ਦੇ, ਕਿਉਂਕਿ ਤਾਜ਼ਾ ਜਿਹੜੇ ਅੰਗਰੇਜ਼ ਸੀ ਉਹ ਤਾਂ ਰਾਜ ਕਰਕੇ ਗਏ ਸੀ। ਇਹ ਵੀਡੀਓ ਕੁਆਲਿਟੀ ਹੁਣ ਤੁਹਾਨੂੰ ਕਿਵੇਂ ਲੱਗ ਰਹੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਫੁੱਦੂ ਲੱਗੀ ਤਾਂ ਫੁੱਦੂ ਦੱਸਿਓ, ਜੇ ਅੱਛੀ ਲੱਗੀ ਤਾਂ ਅੱਛੀ ਦੱਸਿਓ। ਅਤੇ ਰੁਕਿਓ ਹੁਣ ਠੀਕ ਦਿਖ ਰਿਹਾ ਨਾ ਹੁਣ। ਅਤੇ ਹੁਣ ਜਿਹੜਾ ਮਤਲਬ ਕਿ ਕਿਉਂਕਿ ਉਦੋਂ ਅੰਗਰੇਜ਼ ਨਵੇਂ ਭਾਰਤ ਵਿੱਚ ਆਏ ਸਨ, ਨਵੇਂ ਭਾਰਤ ਵਿੱਚ ਗਏ ਸਨ, ਅਤੇ ਜਿਹੜੇ ਭਾਰਤੀ ਸੀ ਉਹਨਾਂ ਨੂੰ ਅੰਗਰੇਜ਼ਾਂ ਦੀ ਗੁਲਾਮੀ ਦੀ ਆਦਤ ਟਾਈਪ ਦੀ ਹੋ ਗਈ ਸੀ, ਅਤੇ ਇਸ ਕਰਕੇ
ਬਹੁਤ ਸਾਰੇ ਭਾਰਤੀਆਂ ਨੇ ਕਿਹਾ ਹੈ ਕਿ ਮਤਲਬ ਕਿ ਜਿਹੜੇ ਵਿਦਵਾਨ ਸੀ ਉਹਨਾਂ ਨੇ ਫਿਰ ਜਿਹੜੇ ਅੰਗਰੇਜ਼ ਜਿਹੜੇ ਇੰਗਲੈਂਡ ਸੀ ਉਹਨਾਂ ਦਾ ਬਹੁਤ ਸਾਰੇ ਸੰਵਿਧਾਨ ਵਿੱਚ ਆਪਣੇ ਲਿਆਂਦੇ, ਮਤਲਬ ਉਹਨਾਂ ਦੇ ਸੰਵਿਧਾਨ ਦੀਆਂ ਕੁਝ ਗੱਲਾਂ ਆਪਣੇ ਸੰਵਿਧਾਨ 'ਚ ਵੀ ਲਿਆਂਦੀਆਂ। ਅਤੇ ਫਿਰ ਇਹਦਾ ਅਗਲੀ ਲਾਈਨ ਹੈ ਜੀ, ਦੇਸ਼ ਵਿੱਚ ਪੱਛਮੀ ਸਿੱਖਿਆ ਪ੍ਰਣਾਲੀ ਦੀ ਸਥਾਪਨਾ ਹੋਈ। ਕਿਉਂਕਿ ਦੇਖੋ ਦੇਸ਼ ਵਿੱਚ ਪੱਛਮੀ ਮੀਨਸ ਜਿੱਥੇ ਸੂਰਜ ਡੁੱਬਦਾ ਹੈ, ਮਤਲਬ ਗੁਜਰਾਤ ਵਿੱਚ ਇਸ ਦੀ ਸਥਾਪਨਾ ਮਤਲਬ ਸਿੱਖਿਆ ਪ੍ਰਣਾਲੀ ਦੀ ਸਥਾਪਨਾ ਹੋਈ। ਕਿਉਂਕਿ ਉਹਦੇ ਵਿੱਚ ਉੱਥੇ ਪਹਿਲੇ ਖੇਤੀ ਕਰਦੇ ਸੀ ਔਰ ਕੋਈ ਕੰਮ ਨਹੀਂ ਕਰਦੇ ਸੀ, ਇਸ ਕਰਕੇ ਉੱਥੇ ਬੱਚਿਆਂ ਨੂੰ ਸਿੱਖਿਆ ਦੇ ਸ਼ੁਰੂ ਕੀਤਾ। ਅਤੇ ਦੇਖੋ ਸਤੀ ਪ੍ਰਥਾ ਦੇਖ ਸਕਦੇ ਹੋ, ਸਤੀ ਪ੍ਰਥਾ ਲਿਖਿਆ ਆਰੀ ਸਤੀ ਆਰਿਆ ਪ੍ਰਥਾ ਦੇ ਖਾਤਮੇ, ਬਾਲ ਵਿਵਾਹ ਅਤੇ ਰੋਕ ਆਦਿ ਦੇ ਸਮਾਜਿਕ ਸੁਧਾਰ ਹੋਏ। ਆ ਕਹਿੰਦੇ ਸਮਾਜਿਕ ਸੁਧਾਰ ਵੀ ਹੋਏ ਅਤੇ ਕਿਸ ਤਰ੍ਹਾਂ ਜਿਹੜੇ ਸਤੀ ਪ੍ਰਥਾ ਸੀ ਤੁਹਾਨੂੰ ਪਤਾ ਹੀ ਹੋਣਾ, 8ਵੀਂ ਕਲਾਸ 'ਚ ਪੜ੍ਹਿਆ ਸੀ ਆਪਣਾ 12ਵਾਂ ਕਿ 13ਵਾਂ ਲੈਸਨ ਸੀਗਾ ਰਾਜਾ ਰਾਮ ਮੋਹਨ ਰਾਏ ਵਾਲਾ, ਉਹਦੇ ਵਿੱਚ ਇਹ ਸਤੀਰਾਮ ਪ੍ਰਥਾ ਬਾਰੇ ਦੱਸਿਆ ਗਿਆ ਸੀ। ਅਤੇ ਉਹਦੇ ਵਿੱਚ ਜਿਵੇਂ ਕਿ ਦੱਸਿਆ ਗਿਆ ਸੀ ਕਿ ਸਤੀ ਪ੍ਰਥਾ ਇੱਕ ਬਹੁਤ ਬੇਕਾਰ ਜੀ ਘਟੀਆ ਜੀ ਪ੍ਰਥਾ ਸੀ, ਜਿਹਦੇ ਵਿੱਚ ਜਦੋਂ ਕੋਈ ਹਸਬੈਂਡ ਮਰਦਾ ਸੀ ਉਹਦੇ ਨਾਲ ਹੀ ਉਹਦੀ ਵਾਈਫ ਨੂੰ ਵੀ ਸੁੱਟ ਦਿੱਤਾ ਜਾਂਦਾ ਸੀ, ਮਤਲਬ ਤੂੰ ਹੀ ਸੜ ਜਾ ਇਹਦੇ ਵਿੱਚ ਹੀ। ਅਤੇ ਮਤਲਬ ਜੇ ਇੱਕ ਮਰਿਆ ਤਾਂ ਦੂਜੇ ਨੂੰ ਜਿੰਦਾ ਨਹੀਂ ਰਹਿਣ ਦਿੰਦੇ ਸੀ। ਜੇਕਰ ਕੁੜੀ ਮਰੀ ਤਾਂ ਮੁੰਡਾ ਤਾਂ ਜਿੰਦਾ ਰਹੂਗਾ ਹੀ, ਜੇ ਮੁੰਡਾ ਮਰਿਆ ਤਾਂ ਕੁੜੀ ਨਹੀਂ ਜਿੰਦਾ ਰਹਿੰਦੀ, ਉਹ ਫਿਰ ਖਤਮ ਹੀ ਸੀ। ਅਤੇ ਇਸ ਨੂੰ ਸਤੀ ਪ੍ਰਥਾ ਕਿੱਥੇ ਗਿਆ, ਸਤੀ ਹਾਂ ਆ ਰਿਹਾ। ਇਸ ਨੂੰ ਸਤੀ ਪ੍ਰਥਾ ਦੇ ਕਿਹਾ ਜਾਂਦਾ ਸੀ। ਬਾਲ ਵਿਵਾਹ ਕਿਸੇ ਬੱਚੇ ਮਸਾ 5 ਕਿ 6 ਸਾਲ ਦੇ ਹੋਏ, ਚੱਲ ਵੀ ਤੇਰਾ ਵਿਆਹ ਕਰਾਤਾ ਸੁੱਟ ਪਰੇ ਇਹਨੂੰ, ਇਹ ਸੀਗਾ ਇਹਦਾ ਬਾਲ ਵਿਵਾਹ। ਇਹ ਮਾਈਂਡ ਨਾ ਕਰਿਓ ਤੁਸੀਂ ਮੇਰੀ ਲੈਂਗੁਏਜ ਨੂੰ, ਇਹ ਮੈਂ ਸਿਰਫ ਤੁਹਾਨੂੰ ਪੜ੍ਹਾਉਣ ਵਾਸਤੇ ਥੋੜ੍ਹਾ ਸਮਝਾਉਣ ਵਾਸਤੇ ਕਰ ਰਿਹਾ, ਕਿਉਂਕਿ ਇਸ ਲੈਂਗੁਏਜ ਨਾਲ ਛੇਤੀ ਸਮਝ ਆ ਜਾਂਦਾ ਹੈ। ਸੋ ਅਗਲਾ ਸੀਗਾ ਕਿੱਥੇ ਗਿਆ, ਇੱਕ ਮਿੰਟ ਰੁਕੋ, ਆ ਦੇਖਿਓ। ਸੋ ਅਗਲਾ ਹੈਗਾ, ਇੱਕ ਮਿੰਟ, ਅਗਲਾ ਮਤਲਬ ਇਹਦਾ ਬਾਲ ਵਿਕਾਸ ਹੋ ਗਿਆ। ਤੁਸੀਂ ਵੀਡੀਓ ਨੂੰ 10 ਸੈਕਿੰਡ ਅੱਗੇ ਸਕਿਪ ਕਰ ਸਕਦੇ ਹੋ। ਅਤੇ ਦੇਸ਼ ਵਿੱਚ ਆਧੁਨਿਕ ਯਾਤਾਯਾਤ ਅਤੇ ਅਰਥ ਵਿਵਸਥਾ ਪੂੰਜੀਵਾਦ ਦਾ ਵਿਕਾਸ ਹੋ ਗਿਆ। ਅਤੇ ਇਹਦੇ ਵਿੱਚ ਆ ਕਹਿ ਰਿਹਾ ਕਿ ਮਤਲਬ ਜਿਹੜਾ ਜਦੋਂ ਅੰਗਰੇਜ਼ ਆਏ ਅਤੇ ਉਹਨਾਂ ਨੇ ਮਤਲਬ ਭਾਰਤ ਨੂੰ ਇੱਕ ਕੱਚੇ ਮਾਲ ਦਾ ਵਪਾਰਕ ਮਤਲਬ ਸਥਾਨ ਬਣਾਇਆ, ਜਿੱਥੇ ਦੀ ਉਹ ਇੱਥੋਂ ਦੀ ਆਪਣਾ ਕੱਚਾ ਮਾਲ ਲੈ ਕੇ ਜਾਂਦੇ ਸੀ ਅਤੇ ਇੰਗਲੈਂਡ ਵਿੱਚ ਪੱਕਾ ਮਾਲ ਤਿਆਰ ਕਰਕੇ ਇੱਥੇ ਵਾਪਸ ਵੇਚਦੇ। ਅਤੇ ਇੰਨੀ ਵਾਰ ਉਹਨਾਂ ਨੇ ਗੇੜੇ ਮਾਰਨੇ ਸੀ ਮਤਲਬ ਭਾਰਤ ਵਿੱਚ, ਅਤੇ ਇਸ ਕਰਕੇ ਉਹਨਾਂ ਨੇ ਇੱਥੇ ਵਧੀਆ ਸੜਕਾਂ ਵੀ ਬਣਾਈਆਂ, ਜਿੱਥੇ ਜਿਹਨੂੰ ਅੱਜ ਵੀ ਆਪਾਂ ਯੂਜ਼ ਕਰਦੇ ਹਾਂ। ਉਹ ਗੱਲ ਵੱਖਰੀ ਕਿ ਕੁਛ ਟੁੱਟ ਚੁੱਕੀਆਂ ਅਤੇ ਨਵੀਂ ਬਣ ਗਈਆਂ। ਅਤੇ ਅੱਗੇ ਇਹਨੂੰ ਇੱਦਾਂ ਯਾਦ ਰੱਖ ਲਿਓ ਤੇ ਸਿੰਪਲ, ਪਰੰਤੂ ਲੋਕਾਂ ਦਾ ਆਲੋਚਕ ਇਹ ਕਿ ਪੂੰਜੀਵਾਦ ਦੇ ਬਾਰੇ ਕਿ ਕੁਛ ਲੋਕ ਇਹ ਵੀ ਕਹਿੰਦੇ ਨੇ ਕਿ ਜਿਹੜੇ ਅੰਗਰੇਜ਼ ਸੀ ਉਹ ਭਾਰਤ ਦੀ ਅਰਥ ਵਿਵਸਥਾ ਨੂੰ ਉੱਚਾ ਚੁੱਕ ਰਹੇ ਸਨ, ਅਤੇ ਮਤਲਬ ਉਹਨਾਂ ਦਾ ਜਿਹੜਾ ਉਹ ਸੀ ਉਹ ਬਹੁਤ ਵਧੀਆ ਸੀ। ਪਰੰਤੂ ਕੁਛ ਅੰਗਰੇਜ਼ਾਂ ਤੋਂ ਪੁੱਛਤਾਛ ਕਰਨ ਦੇ ਬਾਅਦ ਇਹ ਪਤਾ ਚੱਲਿਆ ਕਿ ਅੰਗਰੇਜ਼ਾਂ ਨੇ ਤਾਂ ਬਹੁਤ ਹੀ ਜ਼ਿਆਦਾ ਮਾੜੇ ਪ੍ਰਭਾਵਾਂ ਬਾਰੇ ਸੋਚੀ ਸੀ, ਪਰ ਇਹ ਤਾਂ ਕੁਛ ਵੀ ਨਹੀਂ ਉਹਨਾਂ ਦੇ ਸਾਹਮਣੇ। ਇਹ ਬਹੁਤ ਮਾੜੇ ਇਰਾਦੇ ਲੈ ਕੇ ਭਾਰਤ ਵਿੱਚ ਆਏ ਸਨ, ਅਤੇ ਬਹੁਤ ਸਾਰੇ ਲੋਕ ਸਹਿਮਤ ਹਨ। ਕਹਿੰਦੇ ਬਹੁਤ ਸਾਰੇ ਵਿਦਵਾਨ ਇਸ ਗੱਲ ਨਾਲ ਸਹਿਮਤ ਵੀ ਹਨ। ਅਤੇ ਭਾਰਤ ਦੁਆਰਾ ਕੀਤੇ ਗਏ ਕਾਰਜਾਂ ਨੂੰ ਮੂਲ ਪਿੱਛੇ ਉਦੇਸ਼ ਲੰਬੇ ਸਮੇਂ ਤੱਕ ਆਪਣੇ ਕੰਮ ਨੂੰ ਸਥਾਪਿਤ ਕਰਨਾ ਸੀ। ਉਹਨਾਂ ਅੰਗਰੇਜ਼ਾਂ ਦਾ ਮੁੱਖ ਮੇਨ ਪੁਆਇੰਟ ਆਫ ਵਿਊ ਇਹ ਸੀ ਕਿ ਆਪਣੇ ਭਾਰਤ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੰਬੇ ਸਮੇਂ ਤੱਕ ਰਾਜ ਕਰਨਾ, ਅਤੇ ਇੱਥੇ ਦੇ ਮਤਲਬ ਲੋਕਾਂ ਨੂੰ ਯੂਜ਼ ਕਰਨਾ ਅੱਛੀ ਤਰ੍ਹਾਂ। ਅਤੇ ਉਸ ਤੋਂ ਬਾਅਦ ਫਿਰ ਸੈਕਿੰਡ ਦਾ ਅੱਗੇ ਅਰਥਾਤ ਅੰਗਰੇਜ਼ਾਂ ਦੁਆਰਾ ਭਾਰਤ ਜੋ ਵੀ ਵਿਕਾਸ ਕੀਤਾ ਗਿਆ ਉਹਨਾਂ ਦਾ ਉਦੇਸ਼ ਪਾਉਣਾ। ਉਹ ਕਹਿੰਦੇ ਕਿ ਮਤਲਬ ਜਿਹੜਾ ਅੰਗਰੇਜ਼ਾਂ ਨੇ ਬੇਸ਼ੱਕ ਵਿਕਾਸ ਕੀਤਾ, ਕੁਛ ਕੀਤਾ, ਬਟ ਉਹਨਾਂ ਦੀ ਜਿਹੜੀ ਉਦੇਸ਼ ਸੀ, ਉਹਨਾਂ ਦਾ ਟੌਪਿਕ ਸੀ, ਉਹਨਾਂ ਦਾ ਏਮ ਸੀ, ਉਹ ਭਾਰਤ ਨੂੰ ਬਰਬਾਦ ਕਰਨਾ ਸੀ। ਸੋ ਵੈਸੇ ਸਮਝ ਤਾਂ ਨਹੀਂ ਆਇਆ ਹੋਣਾ, ਦੁਬਾਰਾ ਇੱਕ ਵਾਰ ਤੁਹਾਨੂੰ ਡਿਟੇਲ ਦੱਸ ਦਿੰਦਾ। ਭਾਰਤ ਦੇ ਉੱਪਰ ਅੰਗਰੇਜ਼ਾਂ ਦੇ ਸ਼ਾਸਨ ਦੀ ਕੀ ਪ੍ਰਭਾਵ ਹੈ। ਸਿੰਪਲ, ਹੁਣ ਇਹਨੂੰ ਨਾ ਦੇਖੋ, ਥੋੜ੍ਹੀ ਦੇਰ ਤੁਸੀਂ ਮੈਨੂੰ ਦੇਖੋ, ਆ ਦੇਖੋ, ਇਹਨੂੰ ਦੇਖਿਆ ਕਰੋ, ਥੋੜ੍ਹੀ ਦੇਰ ਪਹਿਲਾਂ ਖੋਲ੍ਹ ਕੇ ਇਹਨੂੰ ਦੇਖਿਆ ਕਰੋ। ਇਹਨੂੰ ਦੇਖਣ ਦੇ ਨਾਲ ਬਹੁਤ ਵਧੀਆ ਇੰਪਰੈਸ਼ਨ ਜਿਹਾ ਬੰਦਾ। ਅਤੇ ਇਹਦੇ ਵਿੱਚ ਦੱਸੂਗਾ ਕੀ ਕਰਨਾ। ਅਤੇ ਖੁੱਲ੍ਹ ਗਈ ਇਹਦੇ ਵਿੱਚ ਆ ਦੇਖੋ, ਇਹਦੇ ਵਿੱਚ ਆ ਕਹਿੰਦੇ ਕਿ ਜਦੋਂ ਅੰਗਰੇਜ਼ ਭਾਰਤ ਵਿੱਚ ਆਏ ਤਾਂ ਉਹਨਾਂ ਨੇ ਮਤਲਬ ਕਿਸ ਤਰ੍ਹਾਂ ਮਤਲਬ ਉਹਨਾਂ ਦੇ ਕੀ ਪ੍ਰਭਾਵ ਪਏ। ਅਤੇ ਸਿੰਪਲੀ ਜਦੋਂ ਅੰਗਰੇਜ਼ ਭਾਰਤ ਵਿੱਚੋਂ
ਮਤਲਬ ਅੰਗਰੇਜ਼ਾਂ ਦੇ ਦੌਰਾਨ ਭਾਰਤ ਵਿੱਚ ਇੱਕ ਨਵੀਂ ਰਾਜਨੀਤਿਕ ਪ੍ਰਣਾਲੀ ਸ਼ਾਸਨ ਸ਼ੁਰੂ ਹੋ ਗਈ, ਕਿਉਂਕਿ ਅੰਗਰੇਜ਼ ਆਏ, ਉਹਨਾਂ ਨੇ ਸ਼ੁਰੂ ਕਰ ਦਿੱਤਾ। ਫਿਰ ਉਸ ਤੋਂ ਬਾਅਦ ਭਾਰਤ ਨੂੰ ਇੱਕ ਨਵਾਂ ਸ਼ਾਸਨ ਢਾਂਚਾ ਮਿਲ ਗਿਆ। ਫਿਰ ਇਹ ਹੋ ਗਿਆ, ਮੋਟਾ ਮੋਟਾ ਯਾਦ ਕਰ ਲਓ। ਅਤੇ ਉਸ ਤੋਂ ਬਾਅਦ ਸਤੀ ਪ੍ਰਥਾ ਅਤੇ ਬਾਲ ਵਿਵਾਹ ਵਰਗੇ ਬੇਕਾਰ ਅਤੇ ਵਰਗੇ ਮਾਰੂ ਬੇਕਾਰ ਰੀਤੀ ਰਿਵਾਜ਼ਾਂ ਨੂੰ ਖਤਮ ਕਰ ਦਿੱਤਾ ਗਿਆ। ਇਹ ਇਸ ਵਰਗੇ ਸਮਾਜਿਕ ਸੁਧਾਰ ਵੀ ਹੋਏ ਅਤੇ ਯਾਤਾਯਾਤ ਜਿਹੜੇ ਆਪਣੇ ਸੜਕਾਂ ਦੇ ਸਾਧਨ ਸੀ ਉਹ ਬਹੁਤ ਵਧੀਆ ਹੋ ਗਏ, ਉਹਨਾਂ ਦੇ ਕਰਕੇ ਰੇਲ ਮਾਰਗ ਬਣ ਗਏ। ਪਰੰਤੂ ਜਦੋਂ ਅੰਗਰੇਜ਼ਾਂ ਦੁਆਰਾ ਇਸ ਗੱਲ ਦੀ ਪੁੱਛਤਾਛ ਕੀਤੀ ਗਈ ਅਤੇ ਉਹਨਾਂ ਨੇ ਇਹ ਸਾਫ਼ ਹੀ ਦੱਸ ਦਿੱਤਾ ਕਿ ਉਹਨਾਂ ਦਾ ਮੇਨ ਉਦੇਸ਼ ਇਸ ਤੋਂ ਬਹੁਤ ਜ਼ਿਆਦਾ ਮਾਰੂ ਸੀ। ਮਤਲਬ ਉਹ ਭਾਰਤ ਨੂੰ ਟੋਟਲੀ ਅਰਥ ਵਿਵਸਥਾ ਨੂੰ ਤਬਾਹ ਕਰ ਦੇਣਾ ਚਾਹੁੰਦੇ ਸਨ, ਪਰੰਤੂ ਜੋ ਕਿ ਉਹ ਕਰਕੇ ਵੀ ਗਏ, ਬਟ ਕੁਛ % ਜਿਹੜਾ ਰਹਿ ਗਿਆ। ਅਤੇ ਜਿਸ ਨਾਲ ਇਹ ਪਹਿਲਾ क्वेश्चन कंप्लीट ਹੁੰਦਾ है। एंड चलते हैं सेकंड क्वेश्चन से। आई होप अब समझ आ गया होगा। एंड द सेकंड क्वेश्चन इज व्हाट ਸੁਤੰਤਰਤਾ ਪ੍ਰਾਪਤੀ ਸਮੇਂ ਵਿਕਸਿਤ ਅਰਥ ਵਿਵਸਥਾ ਦੇ ਰੂਪ ਵਿੱਚ ਭਾਰਤੀ ਅਰਥ ਵਿਵਸਥਾ ਦੀਆਂ ਕੋਈ 4 ਵਿਸ਼ੇਸ਼ਤਾਵਾਂ ਲਿਖੋ। ਆਦੇ ਵਿੱਚ ਕੀ ਕਰਿਆ, ਸੁਤੰਤਰਤਾ ਪ੍ਰਾਪਤੀ ਸਮੇਂ ਅਰਥ ਵਿਕਸਿਤ ਮਤਲਬ ਆਧਾ ਵਿਕਸਿਤ ਅਰਥ ਵਿਵਸਥਾ ਦੇ ਰੂਪ ਵਿੱਚ ਭਾਰਤੀ ਅਰਥ ਵਿਵਸਥਾ ਦੀਆਂ ਕੋਈ 4 ਵਿਸ਼ੇਸ਼ਤਾਵਾਂ ਲਿਖੋ। ਉਹ ਵੀ क्वेश्चन क्या कह रहे हैं, ये कह रहे कि स्वतंत्रता प्राप्ति समय जो भारतीय अर्थव्यवस्था थी वो पहले ही आधी थी। कॉपी दी ऐसे नहीं समझ आएगा, मैं कॉपी पे समझा रहा हूँ। सो वेट, देखो मेरा रजिस्टर रफ रजिस्टर जे मैं कदे यूज़ ही नहीं किया। ਜੇਕਰ ਤੁਹਾਡਾ ਭੈਣ ਭਰਾ 10ਵੀਂ ਕਲਾਸ ਵਿੱਚ ਪੜ੍ਹਦਾ ਹੈ, ਉਹਦੇ ਮੈਥ ਇੰਗਲਿਸ਼ ਸਾਇੰਸ ਵਿੱਚ ਪ੍ਰੋਬਲਮ ਹੈ ਤਾਂ ਕਮੈਂਟ ਕਰਕੇ ਦੱਸੋ, ਮੈਂ ਉਹਦੇ ਵਾਸਤੇ ਵੀਡੀਓ ਬਣਾਵਾਂਗਾ। ਅਤੇ ਜੇ ਪਾਸ ਕਰਾਉਣ ਦੀ ਗਰੰਟੀ ਮੇਰੀ ਹੈ, ਪਾਸ ਹੋਏਗਾ ਬੱਚਾ, ਗਰੰਟੀ ਮੇਰੀ। ਵਾਟਸ ਇੱਕ ਟਾਰਗੇਟ 1000 ਸਬਸਕ੍ਰਾਈਬਰ ਕਰਾਓ ਮੇਰੇ ਚੈਨਲ 'ਤੇ, ਜਿਹਦਾ ਮੋਬਾਈਲ ਪਾਓ ਉਹ ਸਬਸਕ੍ਰਾਈਬ ਕਰੋ। ਅਤੇ ਇਹਦੇ ਵਿੱਚ ਕੀ ਕਹਿ ਰਿਹਾ ਸੀ, ਆ ਦੁਬਾਰਾ ਦੇਖ ਲਓ ਕੁਐਸਚਨ। ਇਹਦਾ ਕੀ ਕਰ ਰਿਹਾ ਸੀ, ਮਤਲਬ ਅੰਗਰੇਜ਼ਾਂ ਨੇ, ਤੁਸੀਂ ਪੜ੍ਹ ਲਿਓ। ਸੁਤੰਤਰ ਪ੍ਰਾਪਤੀ ਸਮੇਂ ਭਾਰਤੀ ਅਰਥ ਵਿਵਸਥਾ ਨੂੰ ਇੱਕ ਅਰਥ ਵਿਕਸਿਤ ਰੂਪ ਵਿੱਚ ਕਿਵੇਂ ਦੇਖਿਆ ਗਿਆ। ਅਤੇ ਸਿੰਪਲੀ ਇਹਨੂੰ ਤੁਸੀਂ ਦੇਖ ਸਕਦੇ ਹੋ ਇੱਥੇ ਆ ਕਹਿ ਰਿਹਾ ਕਿ देखो आ कह रहे कि स्वतंत्रता प्राप्ति समय अर्थ विकसित हो अर्थव्यवस्था वांग स्वतंत्रता प्राप्ति समय प्रति व्यक्ति की आमदन बहुत कर सी। आ देखो सिंपली कर रहे हैं कि जी अपनी इंडियन इकोनॉमी सी वो कितने गया। आ देखो दिख रहा है जी अपनी इंडियन इकोनॉमी सी, आ इंडियन इकोनॉमी आ गोला मेरा सही नहीं बजया, हाँ मेरी इंडियन इकोनॉमी आ, ये जोड़ा इन्ना % सी, मतलब मोटा मोटा तो अंग्रेजी लै गए। आ देखो इंग्लिश मैन अंग्रेज तबाह करके लै गए, जब आ बचा वो अपनी इंडियन जी बची इंडियन लोगों को, तो ये कह रहा आ तक खत्म ही होगी। तो जी बची आ वाली आ कह रहे ये मतलब आज़ादी टाइम इन्ना तो अर्थव्यवस्था दी कोई 4 विशेषतावां जी आ वाली बची सी, इसकी क्वेश्चन लिख दिया। क्वेश्चन नंबर 2, कह रहे इधर आ बची है इन्नी % आ जी 50% बची है, जिन्हों का मैथ वधिया उन्होंने बहुत वधिया तरीके ਨਾਲ ਸਮਝਾਊਗਾ तो भुलूगा भी नहीं कदे। जी 50% बची सी ਹੁਣ ये कह रहा ਇਹਦੀ विशेषतावां दसो, तो ये विशेषतावां की आ सिंपली देखो, थोनों हुण बुक नहीं दिखाऊँगा। तो सिंपली ये की कह रहे हैं कि एक होर अर्थ विकसित देश वांग सुतंत्रता प्राप्ति समय भी बहुत आम घट सी। तो जो सिंपली तुसीं इत्थे देखो, मतलब जदों अपना देश आज़ाद होया उधर 50% लुट गई, बची मसा 50 बची, वो भी पता नहीं 50 बची कि नहीं बची। वो मतलब लोगों ने एवं दसता कि अपना देश बहुत ही लोल सी, कि मतलब कि नहीं बहुत ही ज़्यादा कमज़ोर सी उस टाइम की, जड़ा मतलब कुछ नहीं कर सके। पर जिस तक फिर की मतलब उन्होंने 50 दसता, चलो आप 50 मान के चलते हैं। तो 50 कह रहा कि जोड़े अपने भारतीय व्यक्ति
ਆ ਤੁਸੀਂ ਦੇਖਿਓ पर पर्सन इनकम एनुअली सी वो कितनी सी 230 ठीक। आ कह रहा है कि प्रति इंग्लिश लिखिया थोड़ा याद रहेगा पर पर्सन इनकम एनुअली प्रति व्यक्ति दी इत्थे अस पा दिन्ने प्रति व्यक्ति दी आमदन सालाना एक व्यक्ति की सालाना आमदन सी 230 रुपये आ कह रहा। तो ये मतलब माड़े प्रभाव से किसी जोड़ा प्रति व्यक्ति की आमदन सी वो प्रति व्यक्ति की आमदन 230 रुपये सी जिहड़े कि सालाना मतलब पूरे साल में काम करके 230 रुपये काम करता सी। तो वो अपना फैमिली चलाऊगा अपना थोड़ा बहुत काम को मतलब थोड़ा समान समून लिया करता बच्चे के कपड़े कुपड़े सब खत्म हो जाते सी ये बचना ही इस करके गरीब सी। तो ये 2 के 3 पॉइंट जे थोड़ा नहीं आते पॉइंट बना दूंगा। एक मिनट रुकियो तुसी 1 मिनट रुकियो देखो मेरा मोबाइल आ। सो गाइस ये मेरा मोबाइल आ इनू खुल जा आ देखियो हूँ खुलिया सिंपली आप इनू खोलते हैं। तो ये सिंपली तुम कुछ भी कर सकते हो जिमें आप व्हाट्सएप खोल के जिमें देख सकते हो। तो ਇਹਨੂੰ ਮਾਰੋ ਗੋਲੀ ਆ ਤੁਹਾਨੂੰ ਮੈਂ ਜਿਵੇਂ ਦੱਸ ਰਿਹਾ ਤੁਸੀਂ ਉਵੇਂ ਹੀ ਦੇਖੋ। ਤੇ ਉਹਦੇ ਵਿੱਚ ਕਹਿ ਰਹੇ ਇਹਦੇ ਵਿੱਚ 3 ਪੁਆਇੰਟ ਬਣਾ ਲੈਣੇ ਇਹਦੇ ਠੀਕ 3 ਪੁਆਇੰਟ ਬਣਾ ਲੈਣੇ ਆ ਇਹਦੇ। ਤੇ 3 ਪੁਆਇੰਟ ਕਿਵੇਂ ਬਣੂਗਾ ਇਹਦਾ ਤੁਸੀਂ ਦੇਖ ਲਓ। ਇਹਦਾ ਜਿਹੜਾ ਪਹਿਲਾ ਸੀਗਾ ਉਹਦੇ ਵਿੱਚ ਕਹਿ ਰਿਹਾ ਕਿ ਖੇਤੀ ਪ੍ਰਧਾਨ ਅਰਥ ਵਿਵਸਥਾ ਸੀ ਸੁਤੰਤਰਤਾ ਪ੍ਰਾਪਤੀ ਸਮੇਂ ਸੁਤੰਤਰਤਾ ਪ੍ਰਾਪਤੀ ਸੀ ਭਾਰਤੀ ਖੇਤੀ ਪ੍ਰਧਾਨ ਦੇਸ਼ ਚਲੋ ਠੀਕ। ਇਹਦੇ ਵਿੱਚ ਕੀ ਕਹਿ ਰਿਹਾ कि पहला पॉइंट लिख लो इधर खेती प्रधान अर्थव्यवस्था ਸਿੰਪਲ याद रखियो जो भारत आज़ाद हो रहा सी उस टाइम की आप जो 50% बचे ਇਹਦੀ विशेषतावां दसियां मतलब जो अच्छियां सी गंदियां सी सब दस देना। तो खेती प्रधान अर्थव्यवस्था ये सिंपली खेती प्रधान अर्थव्यवस्था मतलब कि जोड़ा थोनों लिख के दसा कि मतलब जोड़े अपने लोग सी मतलब कि नहीं तुसी सिंपली इनू देख लो तुसी मैं मेन थोनों आ समझाने से थोनों समझ आ गया होना। तो अगला हम वापस इतने आने तो खेती प्रधान अर्थव्यवस्था स्वतंत्रता प्राप्ति समय भारतीय अर्थव्यवस्था एक खेती प्रधान अर्थव्यवस्था थी। देखो ये आ गया है कि जी सुतंत्रता टाइम जो अपने भारत आज़ाद हो रही 1947 इसकी मतलब खेती प्रधान अर्थव्यवस्था सी क्योंकि खेती प्रधान अर्थव्यवस्था सी क्योंकि ये आ कह रहे कि उस समय आ कोई मतलब आ लाइन वगैरह नहीं आ सिंपल जो आंसर की लाइन है स्वतंत्रता प्राप्ति समय भारतीय एक खेती अर्थव्यवस्था मतलब तुसी सिंपल आंसर भी दस देना जो आ क्वेश्चन आ जाए कि सिंपली आ दसना कि जो भारत आज़ाद होया था जो भारत आज़ाद होया था सिंपली जो भारत आज़ाद होया जो भारत आज़ाद होया था सिंपली वो मतलब एक खेती प्रधान अर्थव्यवस्था सी मतलब भारत में लोग खेती करते सन होर कुछ नहीं करते सन। तो ये दूजी लाइन आ जाऊगी कि देश दे उस टाइम क्योंकि शहर तू मैं छोटे क्वेश्चन में दस चुके हैं कि 14.5% पीपल्स वर लिव इन सिटीज़ दैन यू कैन से दैट जो मतलब अपने सिर्फ 14.5% लोग ही देखो जिमें सिर्फ 14.5% लोग ही सिर्फ शहरों में रहते सन जोड़े कि बाकी बचे 82% दे लोग नहीं
86% ਦੇ ਲੋਕ ਪਿੰਡਾਂ ਵਿੱਚ ਰਹਿੰਦੇ ਸਨ। ਪਿੰਡਾਂ ਵਿੱਚ ਰਹਿੰਦੇ ਸਨ ਤੇ ਇਹਦੇ ਵਿੱਚ ਆਹੀ ਕਹਿ ਰਿਹਾ ਸਿੰਪਲੀ ਕਿ ਮਤਲਬ ਜਿਹੜੇ ਦੇਸ਼ ਦਾ 70% ਹਿੱਸਾ ਦੇਸ਼ ਦਾ, ਇਹ ਆਪਣੇ ਦੇਸ਼ ਹੋ ਗਿਆ, ਰੁਕੋ, ਆਪਣਾ ਦੇਸ਼ ਹੋ ਗਿਆ, ਬਣਿਆ ਨਹੀਂ ਮੇਰੇ ਤੋਂ, ਕੋਈ ਗੱਲ ਨਹੀਂ, ਇਹਦੀ ਆਪਾਂ ਟੈਨਸ਼ਨ ਨਹੀਂ ਕਰਦੇ। ਆ ਜਿਹੜਾ ਇਸ ਦਾ ਪੂਰੇ ਦੇਸ਼ ਦਾ 70% ਹਿੱਸਾ ਖੇਤੀ ਉੱਪਰ ਨਿਰਭਰ ਸੀ। ਮਤਲਬ 70% ਲੋਕ ਇਹਦੇ ਖੇਤੀ ਕਰਦੇ ਤੇ ਖਾਂਦੇ ਸਨ। ਤੇ ਬਚ ਗਿਆ ਹੁਣ ਮਤਲਬ ਜਿਹੜਾ ਇਹਦੇ ਪੂਰੀ ਖੇਤੀ ਵਿੱਚ ਜਦੋਂ ਜਿੰਨਾ ਭਾਰਤ ਵਿੱਚ ਜਿੰਨੀ ਵੀ ਖੇਤੀ ਹੁੰਦੀ ਸੀ, ਭਾਰਤ ਵਿੱਚ ਜਿੰਨੀ ਵੀ ਖੇਤੀ ਹੁੰਦੀ ਸੀ ਉਹਦੇ ਵਿੱਚ, ਭਾਰਤ ਵਿੱਚ ਜਿੰਨੀ ਵੀ ਖੇਤੀ ਹੁੰਦੀ ਸੀ ਉਹਦੇ ਵਿੱਚ 50% ਮਤਲਬ ਕਿ ਇਹਦਾ 50% ਹਿੱਸਾ, ਜਿੰਨੀ ਵੀ ਖੇਤੀ ਹੁੰਦੀ ਸੀ ਉਹਦਾ 50% ਹਿੱਸਾ, ਮਤਲਬ ਕਿ ਮੰਨ ਕੇ ਚਲੋ ਜੇਕਰ 1 ਕਰੋੜ ਰੁਪਏ ਫਾਇਦਾ ਹੋਇਆ ਤੇ ਉਹਦੇ ਵਿੱਚ 50 ਲੱਖ ਸਰਕਾਰ ਲੈਂਦੀ ਸੀ। ਮਤਲਬ ਸਰਕਾਰ ਨੂੰ ਆਪਾਂ ਦਿੰਦੀ ਸੀ। ਮਤਲਬ ਜਿਹੜਾ ਰਾਸ਼ਟਰੀ ਆਮਦਨ ਸੀ ਉਹਦਾ 50%, ਇਹਦੇ ਆ ਵੀ ਕੁਛ ਹੁੰਦਾ, ਰਾਸ਼ਟਰੀ ਆਮਦਨ ਦਾ 50% ਹਿੱਸਾ ਖੇਤੀ ਵਿੱਚ ਆਉਂਦਾ ਹੈ। ਤੇ ਸਿੰਪਲੀ